ਮੇਰੀ ਮੈਰਿਜ ਨਵੰਬਰ 2011 ਦੇ ਵਿੱਚ ਹੋਈ ਸੀ। ਉਸ ਟਾਈਮ ਦੀਪਕ ਭਾਟੀਆ ਜੀ ਡਾਕਟਰ ਸੀ ਬਾਬਾ ਬਕਾਲੇ, ਠੀਕ ਹੈ ਜੀ। ਬਾਅਦ 'ਚ ਦੀਪਕ ਨੇ ਜੀ 2016 ਦੇ ਵਿੱਚ PCS ਦਾ ਐਗਜ਼ਾਮ ਕਲੀਅਰ ਕਰ ਲਿਆ। ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਦੀਪਕ ਦੀ ਸੋਚ ਬਦਲ ਗਈ, ਪਸੰਦ ਬਦਲ ਗਈ। ਉਸ ਟਾਈਮ ਹੁਣ ਉਹਨੂੰ ਮੈਂ ਪਸੰਦ ਨਹੀਂ ਸੀ। ਫਿਰ ਇਹਨਾਂ ਨੇ ਮੈਨੂੰ ਜਬਰੀ ਤੀਜਾ ਬੱਚਾ ਕਰਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਮੈਂ ਜਨਵਰੀ 2017 ਵਿੱਚ ਪ੍ਰੈਗਨੈਂਸੀ ਹੋਈ ਮੈਨੂੰ, ਔਰ 4 ਅਕਤੂਬਰ 2017 ਨੂੰ ਮੇਰਾ ਬੇਟਾ ਹੋਇਆ। ਬੇਟਾ ਹੋਣ ਤੋਂ ਬਾਅਦ ਬਸ ਇਹਨਾਂ ਨੇ ਆਪਣੇ ਟਰੂ ਕਲਰਸ ਦਿਖਾਣੇ ਸ਼ੁਰੂ ਕਰ ਦਿੱਤੇ। ਮੈਨੂੰ ਮਾਰਨਾ, ਕੁੱਟਣਾ, ਹੈਰੈਸ ਕਰਨਾ ਅੰਦਰ ਸ਼ੁਰੂ ਕਰ ਦਿੱਤਾ। ਮੇਰੇ ਨਾਲ ਵਾਇਲੈਂਸ ਬਹੁਤ ਜ਼ਿਆਦਾ ਕਰਦੇ ਰਹੇ, ਨਾਈਫ ਵਾਇਲੈਂਸ। ਕੋਈ ਪ੍ਰਸ਼ਾਸਨ ਨੇ ਸੁਣਵਾਈ ਨਹੀਂ ਕੀਤੀ। ਮੈਂ ਬਹੁਤ ਉੱਪਰ ਤੱਕ ਗਈ, ਪ੍ਰਧਾਨ ਮੰਤਰੀ ਸਾਹਿਬ ਤੱਕ ਚਿੱਠੀਆਂ ਪਾਈਆਂ, ਮੁੱਖ ਮੰਤਰੀ ਸਾਹਿਬ ਤੱਕ ਚਿੱਠੀਆਂ ਪਾਈਆਂ, ਬਟ ਮੈਨੂੰ ਕੋਈ ਠੀਕ ਰਿਸਪੌਂਸ ਨਹੀਂ ਆਇਆ। ਇਨਸਾਫ ਲਈ ਅਸੀਂ ਲੋਕ ਆਫਿਸਰਸ, ਪੁਲਿਸ, ਉਹਨਾਂ ਕੋਲ ਸ਼ਿਕਾਇਤ ਕਰਨੇ ਹਾਂ ਕਿ ਇਹਨਾਂ ਦੇ ਕੋਲ ਸਾਨੂੰ ਇਨਸਾਫ ਮਿਲੇਗਾ। ਪਰ ਜੇ ਅਸੀਂ ਪ੍ਰਸ਼ਾਸਨ ਦੇ ਖਿਲਾਫ ਹੀ ਕੰਪਲੇਂਟ ਕਰੀਏ ਤਾਂ ਇਨਸਾਫ ਕੌਣ ਦੇਗਾ? ਹਾਂ ਜੀ, ਬਿਲਕੁਲ। ਅਸੀਂ ਉਰਵਸ਼ੀ ਭਾਟੀਆ ਇੱਕ ਔਰਤ ਹੈ ਜਿਹੜੇ ਕਿ SDM ਅਜਨਾਲਾ ਇਸ ਟਾਈਮ ਲੱਗੇ ਹੋਏ ਨੇ, ਉਹਨਾਂ ਦੀ ਧਰਮ ਪਤਨੀ ਹੈ। 2018 ਤੋਂ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਹੈ, ਪਰ ਉਹ SDM ਅਜਨਾਲਾ ਉਹਨਾਂ ਨੂੰ ਆਪਣੇ ਘਰ ਨਹੀਂ ਰੱਖ ਰਹੇ। ਮਗਰ ਹਾਲਾਤ ਇੱਥੋਂ ਤੱਕ ਆ ਗਏ ਕਿ ਉਰਵਸ਼ੀ ਆਪਣੀ ਬੇਟੀ ਦੇ ਨਾਲ ਉਹਨਾਂ ਦੇ SDM ਅਜਨਾਲਾ ਦੇ ਘਰ ਦੇ ਬਾਹਰ ਬੈਠੇ ਹੋਏ ਨੇ। ਗੱਲ ਕਰਨੇ ਆ ਉਰਵਸ਼ੀ ਨਾਲ, ਕਿਸ ਤਰ੍ਹਾਂ ਦਾ ਕੀ ਸਾਰਾ ਮਸਲਾ ਹੈ। ਉਰਵਸ਼ੀ ਜੀ, 2018 ਤੋਂ ਬਾਅਦ ਹੁਣ ਹਾਲਾਤ ਤੁਹਾਨੂੰ ਸੜਕ ਇਹਦੇ 'ਤੇ ਘਰ ਦੇ ਬਾਹਰ ਬਹਿਣਾ ਪੈ ਰਿਹਾ, ਕੀ ਹੋ ਗਿਆ ਸੀਗਾ ਜੀ? ਸਰ, ਮੇਰੀ ਮੈਰਿਜ ਨਵੰਬਰ 2011 ਦੇ ਵਿੱਚ ਹੋਈ ਸੀ। ਉਸ ਟਾਈਮ ਦੀਪਕ ਭਾਟੀਆ ਜੀ ਡਾਕਟਰ ਸੀ ਬਾਬਾ ਬਕਾਲੇ, ਠੀਕ ਹੈ ਜੀ। ਬਾਅਦ 'ਚ ਦੀਪਕ ਨੇ ਜੀ 2016 ਦੇ ਵਿੱਚ PCS ਦਾ ਐਗਜ਼ਾਮ ਕਲੀਅਰ ਕਰ ਲਿਆ। ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਦੀਪਕ ਦੀ ਸੋਚ ਬਦਲ ਗਈ, ਪਸੰਦ ਬਦਲ ਗਈ। ਉਸ ਟਾਈਮ ਹੁਣ ਉਹਨੂੰ ਮੈਂ ਪਸੰਦ ਨਹੀਂ ਸੀ, ਕਿਉਂਕਿ ਉਹ SDM ਬਣ ਚੁੱਕੇ ਨੇ। ਫਿਰ ਮਤਲਬ ਕੁਛ ਫੈਮਿਲੀ ਦੀ ਇਨਫਲੂਐਂਸ ਬਹੁਤ ਜ਼ਿਆਦਾ ਸੀ। ਚੈਰੀ ਭਾਟੀਆ ਜੇਠ ਹੈ ਮੇਰੇ, ਉਹ ਹਮੇਸ਼ਾ ਕਹਿੰਦੇ ਸੀ ਦੀਪਕ ਹੁਣ ਤੂੰ SDM ਬਣ ਗਿਆ, ਹੁਣ ਤੂੰ ਆਪਣੀ ਪਤਨੀ ਨੂੰ ਘਰੋਂ ਕੱਢ, ਬੇਟੀ ਨੂੰ ਘਰੋਂ ਕੱਢ, ਮੈਂ ਤੇਰਾ ਵਿਆਹ ਬਹੁਤ ਅੱਛੀ ਜਗ੍ਹਾ ਕਰ ਦਾਂਗਾ, ਤੂੰ ਆਪਣੀ ਪੋਸਟ ਦੇ ਅਕੋਰਡਿੰਗ, ਰੈਂਕ ਦੇ ਅਕੋਰਡਿੰਗ ਆਪਣਾ ਦੇਖ। ਅਤੇ ਸਰ, ਸੈਕਿੰਡਲੀ ਮੇਰੇ 3 ਬੱਚੇ ਨੇ, ਅਤੇ ਜਦੋਂ ਮੈਂ ਇੱਥੇ ਵਿਆਹੀ ਆਈ ਸੀ, ਗੁੜੀਆ ਹੋਣ ਤੋਂ ਬਾਅਦ ਬੇਟਾ ਵੀ ਸੀ। ਅਤੇ ਉਸ ਤੋਂ ਬਾਅਦ ਮੈਂ ਕਾਫੀ ਬਿਮਾਰ ਵੀ ਹੋਈ ਬੇਟਾ, ਕਿਉਂਕਿ ਲਗਾਤਾਰ ਮੇਰੀ ਪ੍ਰੈਗਨੈਂਸੀ ਹੋਈ। 2012 'ਚ ਮੇਰੀ ਗੁੜੀਆ ਹੋਈ ਜੇ, ਅਤੇ 2013 'ਚ ਮੇਰਾ ਬੇਟਾ ਹੋਇਆ। ਅਤੇ 16 ਦੇ ਵਿੱਚ ਜਦੋਂ ਮੇਰੇ ਹਸਬੈਂਡ ਨੇ ਪੇਪਰ ਕਲੀਅਰ ਕਰ ਲਿਆ, ਫਿਰ ਇਹਨਾਂ ਨੇ ਜੀ ਮੇਰੇ ਕੋਲ ਜਬਰੀ ਬੱਚਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਇਹ ਪਟਿਆਲੇ ਪੋਸਟਿੰਗ ਹੋ ਗਈ ਇਹਨਾਂ ਦੀ। ਇਹ ਮੈਨੂੰ ਪਟਿਆਲੇ ਲੈ ਕੇ ਗਏ ਨਵੰਬਰ 2016 ਦੇ ਵਿੱਚ। ਫਿਰ ਇਹਨਾਂ ਨੇ ਮੈਨੂੰ ਜਬਰੀ ਤੀਜਾ ਬੱਚਾ ਕਰਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਮੈਂ ਜਨਵਰੀ 2017 ਵਿੱਚ ਪ੍ਰੈਗਨੈਂਸੀ ਹੋਈ ਮੈਨੂੰ, ਔਰ 4 ਅਕਤੂਬਰ 2017 ਨੂੰ ਮੇਰਾ ਬੇਟਾ ਹੋਇਆ। ਬੇਟਾ ਹੋਣ ਤੋਂ ਬਾਅਦ ਬਸ ਇਹਨਾਂ ਨੇ ਆਪਣੇ ਟਰੂ ਕਲਰਸ ਦਿਖਾਣੇ ਸ਼ੁਰੂ ਕਰ ਦਿੱਤੇ। ਮੈਨੂੰ ਮਾਰਨਾ, ਕੁੱਟਣਾ, ਹੈਰੈਸ ਕਰਨਾ ਅੰਦਰ ਸ਼ੁਰੂ ਕਰ ਦਿੱਤਾ। ਮੇਰੇ ਨਾਲ ਵਾਇਲੈਂਸ ਬਹੁਤ ਜ਼ਿਆਦਾ ਕਰਦੇ ਰਹੇ, ਨਾਈਫ ਵਾਇਲੈਂਸ। ਜੋ ਕਿ ਦੀਪਕ ਭਾਟੀਆ ਦਾ ਇੱਕ ਦੋਸਤ ਸੀ ਮੁਕੇਸ਼, ਜਲੰਧਰ ਵਿਖੇ, ਉਹ ਮੇਰੇ ਨਾਲ ਬਹੁਤ ਹੀ ਸ਼ੱਦਤਾ ਕਰਦੇ ਰਹੇ। ਮੈਨੂੰ ਰਾਤ ਦੇ 2:30 ਵਜੇ ਮੇਰੇ ਬੈਡਰੂਮ 'ਚ ਮੁਕੇਸ਼ ਨੂੰ ਭੇਜਿਆ ਜਾਂਦਾ ਸੀ, ਫਿਜ਼ੀਕਲੀ ਹੈਰੈਸ ਕੀਤਾ ਜਾਂਦਾ ਸੀ ਮੇਰੇ ਨਾਲ, ਜਿਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਹੀ ਤੰਗ ਹੋ ਚੁੱਕੀ ਕਿ ਮੇਰੀ ਬਰਦਾਸ਼ਤ ਕਰਨ ਦੀ ਸੀਮਾ ਨਹੀਂ ਰਹੀ ਕੁਛ। ਨੈਕਸਟ ਡੇ ਮਾਰਨਿੰਗ ਮੈਂ ਆਪਣੇ ਪੇਰੈਂਟਸ ਨੂੰ ਸੱਦਿਆ ਕਿ ਮੇਰੇ ਨਾਲ ਹੁਣ ਬਹੁਤ ਜ਼ਿਆਦੀਆਂ ਤਸ਼ੱਦਦਾਂ ਹੋ ਰਹੀਆਂ, ਕਿ ਰਾਤ ਨੂੰ ਮੈਨੂੰ ਫਿਜ਼ੀਕਲ ਹੈਰੈਸ ਕਰਨਾ ਸ਼ੁਰੂ ਕਰ ਦਿੱਤਾ ਹੈ, ਨਾਈਫ ਵਾਇਲੈਂਸ ਤੱਕ ਮੇਰੇ ਨਾਲ ਹੋ ਰਹੇ ਹੈ। ਫਿਰ ਮੇਰੇ ਪੇਰੈਂਟਸ ਨੇ ਦੀਪਕ ਨੂੰ ਬਹੁਤ ਸਮਝਾਇਆ ਕਿ ਦੀਪਕ ਹੁਣ ਉਹਦੇ 3 ਬੱਚੇ ਆ, ਥੋੜ੍ਹਾ ਸਮਝ ਕਰ, ਪਰ ਦੀਪਕ ਨਹੀਂ ਸੁਧਰਿਆ ਸਰ। ਔਰ ਫਿਰ ਉਸੇ ਤਰ੍ਹਾਂ ਹੀ ਕਰਦਾ ਰਿਹਾ, ਮਾਰ ਕੁੱਟ ਕਰਦਾ ਰਿਹਾ। ਹਮੇਸ਼ਾ ਮੈਨੂੰ ਟੌਰਚਰ ਕਰਦੇ ਰਹੇ ਕਿ ਤੂੰ ਇੱਕ ਚਪੜਾਸੀ ਦੇ ਕਾਬਿਲ ਨਹੀਂ ਆ, ਤੂੰ ਇੱਕ ਚਪੜਾਸੀ ਦੇ ਕਾਬਿਲ ਨਹੀਂ ਆ। ਇਕਨੋਮਿਕਲੀ ਅਬਿਊਜ਼ ਕਰਨਾ ਮੈਨੂੰ ਬਹੁਤ ਜ਼ਿਆਦਾ, ਕਿ ਪੈਸੇ ਤੋਂ ਤਰਸਾਉਂਦੇ ਰਹੇ ਮੈਨੂੰ। ਮੈਂਟਲੀ ਇੰਨਾ ਕੁ ਟੌਰਚ ਕਰਦੇ ਸੀ ਕਿ ਕਿਸੇ ਤਰੀਕੇ ਬੱਚਾ ਦੇ ਦੇ। ਬੱਚਾ ਸਰ ਇਸ ਲਈ ਕਹਿੰਦੇ ਸੀ ਕਿਉਂਕਿ ਮੇਰੀ ਸਿਸਟਰ ਇਨ ਲਾਅ
ਜੋਤੀ ਪਾਟਿਆ, ਉਹ ਉਹਨਾਂ ਨੇ ਇੱਕ ਬ੍ਰਾਹਮਣ ਲੜਕੇ ਨਾਲ ਸ਼ਾਦੀ ਕੀਤੀ ਹੈ ਜੋ ਕਿ ਅਸੀਂ ਵਾਲਮੀਕੀ ਕੌਮ ਨੂੰ ਬਿਲੋਂਗ ਕਰਦੇ ਆ, ਪਰ ਉਹਦੀ ਮਦਰ ਇਨ ਲਾਅ ਨੇ ਉਹਨੂੰ ਕਦੀ ਰੱਖਿਆ ਨਹੀਂ ਘਰ। ਉਹ ਸ਼ੁਰੂ ਤੋਂ ਮੇਰੇ ਇਨ-ਲॉज 'ਚ ਹੀ ਰਹਿ ਰਹੀ ਸੀ। ਸੈਕੰਡਲੀ ਸਰ, ਉਹਨੂੰ ਕੁਛ ਇਹੋ ਜਿਹੇ ਡਿਜ਼ੀਜ਼ ਸੀ ਕਿ ਉਹ ਇੱਕ ਡਿਸੇਬਲਡ ਚਾਈਲਡ ਡਿਲੀਵਰ ਕਰਦੀ ਸੀ ਜਦੋਂ ਹੀ ਕਰੇਗੀ। ਸਰ 10 ਸਾਲ ਦਾ ਉਹਦਾ ਬੇਟਾ ਡਿਸੇਬਲਡ ਸੀ, ਉਹ ਐਕਸਪਾਇਰ ਹੋ ਗਿਆ। ਫਿਰ ਇਹਨਾਂ ਨੇ ਮੇਰੇ ਕੋਲ ਹੀ ਬੱਚਾ ਮਤਲਬ ਲੈਣ ਦੀ ਕੋਸ਼ਿਸ਼ ਕੀਤੀ ਵੀ ਤੂੰ ਹੀ ਦੇ। ਸਰ ਜਦੋਂ ਨੈਕਸਟ ਪ੍ਰੈਗਨੈਂਸੀ ਵੀ ਕਰੂਗੀ ਉਹਨੂੰ ਫਿਰ ਡਿਸੇਬਲਡ ਹੀ ਚਾਈਲਡ ਹੋਏਗਾ, ਬਿਕੋਜ਼ ਉਹਨੂੰ ਬਹੁਤ ਸਾਰੇ ਡਿਜ਼ੀਜ਼ ਆ, ਉਹਦੇ ਬ੍ਰੇਨ 'ਚ ਇਨਫੈਕਸ਼ਨ ਆ, ਉਹਦੀ ਬੋਡੀ 'ਚ ਇਨਫੈਕਸ਼ਨ ਹੈਗੀ ਆ। ਹਮੇਸ਼ਾ ਮੇਰੇ ਤੋਂ ਹੀ ਬੱਚੇ ਦੀ ਮੰਗ ਕੀਤੀ ਜਾਂਦੀ ਸੀ, ਜਿਸ ਨੂੰ ਮੈਂ ਦੇਣ ਤੋਂ ਸਾਫ਼ ਇਨਕਾਰ ਕਰਤਾ, ਬਿਕੋਜ਼ ਮੈਂ ਬੱਚਾ ਦੇ ਨਹੀਂ ਸੀ ਸਕਦੀ। ਮੇਰੀ ਮੈਡੀਕਲ ਕੰਡੀਸ਼ਨ ਵੀ ਠੀਕ ਨਹੀਂ ਸੀ, ਮੈਂ ਖੜੀ ਨਹੀਂ ਸੀ ਹੋ ਪਾਉਂਦੀ, ਮੇਰੀ ਨੀਸ 'ਚ ਗੈਪ ਸੀ। ਬਟ ਇਹਨਾਂ ਨੇ ਮੇਰੇ ਕੋਲ ਜਬਰੀ ਬੱਚਾ ਵੀ ਕਰਵਾਇਆ, ਫਿਰ ਮੇਰੇ ਕੋਲ ਖੋ ਵੀ ਲਿਆ ਔਰ ਉਹਨੂੰ ਦੇਤਾ, ਔਰ ਮੈਨੂੰ ਔਰ ਮੇਰੀ ਬੇਟੀ ਨੂੰ ਅੱਜ ਘਰੋਂ ਬੇਕਾਰ ਕਰ ਦਿੱਤਾ ਹੋਇਆ ਸਰ। ਅੱਜ ਤੁਹਾਨੂੰ ਇੱਥੇ ਬੈਠਿਆਂ ਨੂੰ 5 ਦਿਨ ਹੋ ਗਏ ਨੇ, ਤੁਸੀਂ ਉਸ ਤੋਂ ਪਹਿਲੇ 2018 ਦੀ ਗੱਲ ਕਰ ਰਹੇ ਹੋ ਕਿ 2018 'ਚ ਅਸੀਂ ਰਹੇ। ਕਿਆ ਇਸ ਸਾਰੇ ਮਾਮਲੇ 'ਚ ਪੁਲਿਸ ਨੇ ਕੋਈ ਤੁਹਾਡੀ ਸੁਣਵਾਈ ਨਹੀਂ ਕੀਤੀ? ਬਿਲਕੁਲ ਸਰ, ਕਿਸੇ ਸਾਡੀ ਕੋਈ ਪ੍ਰਸ਼ਾਸਨ ਨੇ ਸੁਣਵਾਈ ਨਹੀਂ ਕੀਤੀ। ਮੈਂ ਬਹੁਤ ਉੱਪਰ ਤੱਕ ਗਈ, ਪ੍ਰਧਾਨ ਮੰਤਰੀ ਸਾਹਿਬ ਤੱਕ ਚਿੱਠੀਆਂ ਪਾਈਆਂ, ਮੁੱਖ ਮੰਤਰੀ ਸਾਹਿਬ ਤੱਕ ਚਿੱਠੀਆਂ ਪਾਈਆਂ, ਬਟ ਮੈਨੂੰ ਕੋਈ ਠੀਕ ਰਿਸਪੌਂਸ ਨਹੀਂ ਆਇਆ। ਬਿਕੋਜ਼ ਦੀਪਕ ਇੱਕ ਅੱਛੀ ਪੋਸਟ 'ਤੇ ਹੈ SDM ਦੀ, ਜਿਸ ਦੇ ਨਾਲ ਬਹੁਤ ਹੋਰ ਹਾਇਰ ਆਫਿਸਰਸ ਨਾਲ ਅਟੈਚਡ ਹੈਗੇ ਆ। ਫਸਟ ਆਫ ਆਲ ਤੇ ਇਹੀ ਮੈਂ ਜਿਹੜਾ ਤੁਹਾਨੂੰ ਬਿਆਨ ਦਿੱਤਾ ਆਪਣਾ ਕਿ ਮੁਕੇਸ਼ ਆ, ਉਹ ਇਹਦੀ ਹਰ ਟਾਈਮ ਪੁਲਿਸ ਤਫਤੀਸ਼ 'ਚ ਬਹੁਤ ਮਦਦ ਕਰਦਾ ਰਿਹਾ, ਜਿਸ ਕਾਰਨ ਸਾਨੂੰ ਕੋਈ ਹਜੇ ਤੱਕ ਇਨਸਾਫ ਨਹੀਂ ਮਿਲਿਆ, ਜਸਟਿਸ ਨਹੀਂ ਮਿਲ ਰਿਹਾ। ਸੈਕੰਡਲੀ ਅੰਮ੍ਰਿਤਸਰ ਤੋਂ ਸਾਡੇ ਡਾਕਟਰ ਰਾਜਕੁਮਾਰ ਵੇਰਕਾ ਜੀ ਆ, ਪ੍ਰਦੀਪ ਸੱਭਰਵਾਲ ਜੀ, ਹੋਰ ਆਫਿਸਰਸ ਆ ਜਿਨ੍ਹਾਂ ਦਾ ਸ਼ਾਇਦ ਮੈਨੂੰ ਨਾਮ ਵੀ ਨਹੀਂ ਪਤਾ ਹੋਏਗਾ, ਜਿਸ ਕਾਰਨ ਸਾਨੂੰ ਜਸਟਿਸ ਨਹੀਂ ਮਿਲ ਰਿਹਾ। ਅੱਜ ਇੱਥੇ 5 ਦਿਨ ਹੋ ਗਏ ਜੇ ਬੈਠੇ ਨੇ, ਬਟ ਜਿੱਦਣ ਦੀ ਮੈਂ ਆਈ ਹਾਂ ਉਸ ਦਿਨ ਤੋਂ ਇਹਨਾਂ ਨੇ ਕੁੰਡੀਆਂ ਲਾਈਆਂ, ਕੋਠੇ ਥਾਣੀ ਕੰਧਾ ਟੱਪ ਕੇ ਬਾਹਰ ਚਲੇ ਗਏ ਆ। ਸਾਨੂੰ ਨਹੀਂ ਪਤਾ ਕੀ ਕਰ ਰਹੇ ਆ, ਔਰ ਸਾਨੂੰ ਐਡਰੈਸ ਇੱਥੋਂ ਦਾ ਦਿੱਤਾ ਹੈ, ਕੋਈ ਕਹਿ ਰਿਹਾ ਜੀ ਇੱਥੇ SDM ਰਹਿੰਦਾ ਹੀ ਨਹੀਂ, ਸਾਨੂੰ ਨਹੀਂ ਪਤਾ ਕਿੱਥੇ ਰਹਿ ਰਹੇ ਆ, ਬਿਲਕੁਲ ਹੀ ਨਹੀਂ ਪਤਾ। ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਵੀ ਇਹ ਘਰ ਉਹਨਾਂ ਦਾ ਹੀ ਹੈ? ਸਰ ਮੈਂ ਇੱਥੇ ਵਿਆਹੀ ਆਈ ਹਾਂ, ਮੇਰੇ ਬੱਚੇ ਦੋਨੋਂ ਇੱਥੇ ਹੀ ਹੋਏ ਆ। ਗੁੜੀਆ ਮੇਰੀ 2012 'ਚ ਹੋਈ, ਬੇਟਾ ਮੇਰਾ 2013 'ਚ ਇੱਥੇ ਹੀ ਹੋਇਆ ਹੈ। 16 ਵਿੱਚ ਸਰ ਮੈਨੂੰ ਲੈ ਕੇ ਗਏ ਫॉर द ਪਰਪਸ ਆਫ 3rd ਪ੍ਰੈਗਨੈਂਸੀ, ਕਿ ਇਹਨਾਂ ਨੇ ਮੈਨੂੰ ਸਿਰਫ ਤੀਜਾ ਬੱਚਾ ਕਰਨਾ ਸੀ, ਉਸ ਪਰਪਸ ਲਈ ਬਾਹਰ ਲੈ ਕੇ ਗਏ। 17 'ਚ ਬੱਚਾ ਹੋ ਗਿਆ, ਇਹਨਾਂ ਦਾ ਮਤਲਬ ਪੂਰਾ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਬਾਹਰ ਕੱਢਣ ਦੀ ਤਿਆਰੀ ਕਰਤੀ ਸਰ, ਔਰ ਫਾਈਨਲੀ ਇਹਨਾਂ ਨੇ ਮੈਨੂੰ ਸਰ ਜੁਲਾਈ 2018 'ਚ ਬਾਹਰ ਕੱਢ ਹੀ ਦਿੱਤਾ ਕੁੱਟ ਮਾਰ ਕੇ। ਇੱਥੋਂ ਮੇਰਾ ਸਰ ਜੇਠ ਚੈਰੀ ਪਾਰਟੀ ਸਪੈਸ਼ਲੀ ਇਸ ਘਰ ਦੇ ਵਿੱਚੋਂ ਜਾਂਦਾ ਹੁੰਦਾ ਸੀ ਜਲੰਧਰ ਮੇਰੇ ਨਾਲ ਲੜਨ, ਮੇਰੇ ਗੱਲ ਪੈਂਦੇ ਹੁੰਦੇ ਸੀ, ਮੇਰੇ ਕਹਿੰਦਾ ਸੀ ਤੇਰਾ ਗੱਲ ਕੁੱਟ ਕੇ ਮੈਂ ਤੈਨੂੰ ਮੈਂ ਖ਼ਤਮ ਕਰ ਦੇਣਾ। ਸਿਸਟਰ ਇਨ ਲਾਅ ਸੀ, ਉਹ ਉੱਥੇ ਰਹਿੰਦੀ ਹੁੰਦੀ ਸੀ ਜਲੰਧਰ, ਕਦੀ ਪਟਿਆਲੇ ਸਾਡੇ ਕੋਲ, ਹਮੇਸ਼ਾ ਮੇਰੇ ਹਸਬੈਂਡ ਨੂੰ ਚੁੱਕਦੀ ਹੁੰਦੀ ਸੀ, ਦੀਪਕ ਇਹਨੂੰ ਘਰੋਂ ਬਾਹਰ ਕੱਢ, ਜਿੱਥੇ ਤੂੰ ਹੈਗਾ ਹੈ ਉੱਥੇ ਮੈਂ ਹਜ਼ਾਰਾਂ ਕੁੜੀਆਂ ਲੈ ਆਉਂਗੀ, ਤੂੰ ਹੁਣ SDM ਹੈਗਾ। ਮਤਲਬ ਕਦੀ ਉਹਨਾਂ ਨੇ ਮੇਰੇ ਬਾਰੇ ਸੋਚਿਆ ਹੀ ਨਹੀਂ ਵੀ ਇਹ 3 ਬੱਚਿਆਂ ਦੀ ਹੁਣ ਮਾਂ ਇਹ ਕਿੱਧਰ ਜਾਏਗੀ, ਕਦੀ ਨਹੀਂ ਸਰ ਮੇਰਾ ਸੋਚਿਆ ਕਿ ਜੋ ਅੱਜ ਮੇਰਾ ਹਾਲ ਆ ਹੋ ਗਿਆ ਕਿ ਮੈਂ ਘਰੋਂ ਬੇਕਾਰ ਹੋ ਗਈ ਹਾਂ। ਚੈਰੀ ਪਾਰਟੀਆਂ ਨੇ ਸਰ ਆਪਣੀ ਫੈਮਿਲੀ ਬਹੁਤ ਅੱਛੀ ਅੰਦਰ ਰੱਖੀ ਹੋਈ ਹੈ ਇਸ ਘਰ ਦੇ ਵਿੱਚ, ਪਰ ਦੀਪਕ ਨੂੰ ਵਸਣ ਨਹੀਂ ਸਰ ਉਹ ਦੇ ਰਹੇ। ਤੁਸੀਂ ਬਾਰ-ਬਾਰ ਗੱਲ ਕਰ ਰਹੇ ਹੋ ਇੱਕ ਮੁਕੇਸ਼ ਪਾਟਿਆ ਦੀ, ਉਹ ਕੀ ਕੰਮ ਕਰਦੇ ਨੇ, ਉਹ ਕੀ ਇਹਨਾਂ ਦੇ ਫਰੈਂਡ ਨੇ ਕਿ ਇਹਨਾਂ ਦੇ ਹੀ ਰਿਸ਼ਤੇਦਾਰ ਨੇ ਕੋਈ? ਨਹੀਂ ਸਰ, ਮੇਰੇ ਹਸਬੈਂਡ ਦੇ ਹੈਗੇ ਜੀ ਫਰੈਂਡ ਹੈਗੇ ਆ। ਹੁਣ ਪ੍ਰੈਜ਼ੈਂਟਲੀ ਮੁਕੇਸ਼ ਜਿਹੜੇ ਹੈਗੇ SP ਦਿਹਾਤੀ ਆ, ਮੇਰੇ ਕੋਲ ਬਹੁਤ ਸਾਰੇ ਪ੍ਰੂਫ ਵੀ ਹੈਗੇ ਆ, ਫੈਮਿਲੀ ਮੈਂਬਰ ਆਈ ਵਿਟਨੈਸ ਵੀ ਹੈਗੀਆਂ ਵਾ ਕਿ ਮੁਕੇਸ਼ ਦਾ ਕਿੰਨਾ ਮੇਜਰ ਰੋਲ ਆ ਕਿ ਉਹਨੇ ਦੀਪਕ ਨੂੰ ਮਤਲਬ ਇੰਨਾ ਜ਼ਿਆਦਾ ਤੇਜ਼ ਕੀਤਾ ਕਿ ਤੂੰ ਇਹਨੂੰ ਕੁੱਟ ਮਾਰ ਕਰ, ਬਾਥਰੂਮਾਂ 'ਚ ਬੰਦ ਕਰ, ਨਾਈਫ ਵਾਇਲੈਂਸ ਕਰ। ਸਿਰਫ ਇੰਨੀ ਕਿ ਇਨਫਲੂਐਂਸ ਦੇ ਵਿੱਚ ਆ ਕੇ ਦੀਪਕ ਔਰ ਮੇਰਾ ਰਿਸ਼ਤਾ ਜਿੰਨਾ ਕੁ ਵਿਗੜ ਗਿਆ, ਸਾਰੀ ਰਿਸਪੌਂਸਿਬਲ ਉਹਨਾਂ ਦੀ ਫੈਮਿਲੀ ਇਸ ਵਿੱਚ। ਦੀਪਕ ਦੀ ਕੋਈ ਗਲਤੀ ਨਹੀਂ ਹੈ ਸਰ, ਮੈਂ ਆਪਣੇ ਸਾਰੇ ਬਿਆਨ ਹਰ ਕੰਪਲੇਂਟ ਵਿੱਚ ਤੁਸੀਂ ਦੇਖੋ, ਦੀਪਕ ਉਹਨਾਂ ਦੀ ਇਨਫਲੂਐਂਸ ਦੇ ਵਿੱਚ ਆ ਕੇ ਸਭ ਕੁਝ ਕਰ ਰਿਹਾ ਹੈ। ਜਿਹੜਾ ਤੁਸੀਂ ਮੁਕੇਸ਼ ਜਿਹੜੇ ਤੁਸੀਂ SP ਦਿਹਾਤੀ ਦੇ ਵਿੱਚ ਹੈਗੇ ਉਹਨਾਂ ਦੀ ਗੱਲ ਕਰ ਰਹੇ ਹੋ, ਉਹਨਾਂ ਦਾ ਇਨਫਲੂਐਂਸ ਜ਼ਿਆਦਾ ਹੈ ਮੁਕੇਸ਼ ਜਿਨ੍ਹਾਂ ਦਾ ਦੀਪਕ, ਉਹਨਾਂ ਦੀ ਗੱਲ ਜ਼ਿਆਦਾ ਮੰਨਦੇ ਨੇ ਤੁਹਾਡੇ ਹਸਬੈਂਡ? ਯੈਸ ਸਰ, ਬਹੁਤ ਜ਼ਿਆਦਾ ਮੰਨਦੇ ਨੇ। ਉਹਨਾਂ ਨੇ MBBS ਉਹਨਾਂ ਨਾਲ ਹੀ ਕੀਤੀ ਹੈ। ਮੁਕੇਸ਼ ਪਹਿਲਾਂ ਅਪਾਇੰਟ ਹੋਏ ਜੇ ਪੁਲਿਸ ਦੇ ਵਿੱਚ, ਸੈਕਿੰਡ ਚਾਂਸ ਦੇ ਵਿੱਚ ਦੀਪਕ ਜੀ ਅਪਾਇੰਟ ਹੋਏ 16 ਦੇ ਵਿੱਚ, ਔਰ ਬਹੁਤ ਜ਼ਿਆਦਾ ਮੇਜਰ ਰੋਲ ਹੈ ਸਰ। ਹਰ ਕਿਸੇ ਨੇ ਆਪਣੀ ਫੈਮਿਲੀ ਸੌਖੀ ਰੱਖੀ ਹੈ। ਇੱਧਰ ਮੇਰੇ ਜੇਠ ਨੇ ਚੈਰੀ ਪਾਟਿਆ ਨੇ ਆਪਣੀ ਫੈਮਿਲੀ ਅੱਛੀ ਰੱਖੀ ਹੈ, ਮੁਕੇਸ਼ ਨੇ, ਬਟ ਉਹਨਾਂ ਨੇ ਦੀਪਕ ਨੂੰ ਨਹੀਂ ਵਸਣ ਦੇ ਰਹੇ। ਔਰ ਸਰ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੀ, ਜੇ ਦੀਪਕ ਨੂੰ ਮੇਰੇ ਨਾਲ ਨਹੀਂ ਨਾ ਵਸਣ ਦਿੱਤਾ, ਚੈਰੀ ਨੇ ਉਹਨੂੰ ਕਿਸੇ ਹੋਰ ਨਾਲ ਨਹੀਂ ਵਸਣ ਦੇਣਾ। ਬਟ ਉਹਨੂੰ ਸਿਰਫ ਇਨਫਲੂਐਂਸ ਦਿੰਦੇ ਕਿ ਤੂੰ ਇਹਨੂੰ ਘਰੋਂ ਕੱਢ, ਅਸੀਂ ਤੇਰਾ ਵਿਆਹ ਵਧੀਆ ਜਗ੍ਹਾ ਕਰਾਂਗੇ। ਸਿਰਫ ਉਹਨਾਂ ਦੀ ਇਨਫਲੂਐਂਸ ਦੇ ਵਿੱਚ ਆ ਕੇ ਅੱਜ ਅਸੀਂ ਸਰ ਰੁਲੇ ਹੋਏ ਆ, ਜੋ ਸਾਡਾ ਹਾਲ ਆ। ਤੁਹਾਡਾ ਕੋਰਟ ਕੇਸ ਵੀ ਕੋਈ ਚੱਲਦਾ ਪਿਆ? ਹਾਂਜੀ ਸਰ, ਕੋਰਟ ਕੇਸ ਉਹਨਾਂ ਨੇ ਕੀਤਾ ਸੀ। ਉਹਨਾਂ ਨੇ ਪਹਿਲਾਂ ਵਸਾਉਣ ਦਾ ਕੇਸ ਕੀਤਾ,
ਡੈਟ ਇਜ਼ ਅੰਡਰ ਸੈਕਸ਼ਨ 9 ਕੌਂਜੂਗਲ ਰਾਈਟਸ ਕਿ ਮੈਂ ਤੁਹਾਨੂੰ ਵਸਾਉਣਾ ਚਾਹੁੰਦਾ, ਜਿਸ ਵਿੱਚ ਮੈਂ ਕਿਹਾ ਕਿ ਮੈਂ ਜਾਣਾ ਚਾਹੁੰਦੀ ਹਾਂ ਕਿਉਂਕਿ ਮੇਰੇ ਕੋਲ ਸਰ ਹੋਰ ਕੋਈ ਰਸਤਾ ਨਹੀਂ ਆ, ਮੇਰੇ 3 ਬੱਚੇ ਆ, ਮੈਂ ਹੁਣ ਕਿੱਥੇ ਜਾਊਂਗੀ। ਠੀਕ ਹੈ ਸਰ। ਸੈਕਿੰਡਲੀ ਆ ਮੈਂ ਸਰ ਸਟੇਟਮੈਂਟਸ ਇਹਨਾਂ ਦੀ ਸੈਕਸ਼ਨ 9 ਦਾ, ਜਿਸ ਵਿੱਚ ਆਪੇ ਉਹਨਾਂ ਨੇ ਕੇਸ ਵਿਦਡਰਾ ਕੀਤਾ। ਆਫਟਰ 10 ਡੇਜ਼ ਇਹਨਾਂ ਨੇ ਸਾਡੇ ਤੇ ਜੀ ਸੈਕਸ਼ਨ 13 ਦਾ ਕੇਸ ਲਾ ਦਿੱਤਾ, ਡੈਟ ਇਜ਼ ਫॉर ਡਿਵੋਰਸ, ਉਹ ਵੀ ਸਿਰਫ ਆਪਣੇ ਬ੍ਰਦਰ ਦੀ ਇਨਫਲੂਐਂਸ ਦੇ ਵਿੱਚ ਆ ਕੇ। ਤੇ ਦੱਸੋ ਵੀ ਮੈਂ ਕਿੱਧਰ ਹੁਣ ਜਾਵਾਂ। ਮਤਲਬ ਹੁਣ ਡਾਈਵੋਰਸ ਦਾ ਕੇਸ ਉਹਨਾਂ ਵੱਲੋਂ ਲਗਾਇਆ ਗਿਆ ਹੈ, ਮਗਰ ਤੁਸੀਂ ਨਹੀਂ ਡਾਈਵੋਰਸ ਲੈਣਾ ਚਾਹੁੰਦੇ, ਮੈਂ ਤੁਹਾਨੂੰ ਘਰੋਂ ਬਾਹਰ ਕੱਢਦਾ। ਬਿਲਕੁਲ ਮੈਂ ਨਹੀਂ ਦੇਣਾ ਚਾਹੁੰਦੀ ਕਿਉਂਕਿ ਮੇਰੇ 3 ਬੱਚੇ ਆ, ਮੈਂ ਕਿੱਧਰ ਜਾਊਂਗੀ ਹੁਣ। ਅੱਜ ਮੇਰੀ ਕੀ ਵੈਲਿਊ ਆ? ਨਥਿੰਗ। ਮੈਂ 3 ਬੱਚਿਆਂ ਦੀ ਸਿਰਫ ਮਾਂ ਆ ਸਰ। ਉਸ ਤੋਂ ਬਾਅਦ ਮੈਂ ਵੀ ਚਲੋ ਅਪਰੋਚ ਕੀਤਾ, ਬੜੀ ਦੂਰ ਦੂਰ ਤੱਕ ਗਈ, ਚੰਡੀਗੜ੍ਹ ਗਈ, ਮੈਂ ਡੀਜੀਪੀ ਸਾਹਿਬ ਕੋਲ ਪੇਸ਼ ਹੋਈ, ਬੜੇ ਬੜੇ ਅਫਸਰਾਂ ਕੋਲ ਪੇਸ਼ ਹੋਈ, ਮੈਂ ਵਿਮਨ ਕਮਿਸ਼ਨ 'ਚ ਵੀ ਪੇਸ਼ ਹੋਈ ਜੇ। ਮੈਂ 5 ਜਣੇ ਅਗੇਂਸਟ ਕੰਪਲੇਂਟ ਫਾਈਲ ਕੀਤੀ, ਆਪਣੀ ਸਿਸਟਰ ਜੋਤੀ ਭਾਟੀਆ ਦੇ ਅਗੇਂਸਟ, ਜੀਜਾ ਜੀ ਵਿਪਨ ਅਗੇਂਸਟ, ਸੱਸ ਅਗੇਂਸਟ ਸੁਦੇਸ਼ ਕੁਮਾਰੀ ਔਰ ਜੇਠ ਚੈਰੀ ਭਾਟੀਆ ਦੇ ਅਗੇਂਸਟ, ਪਰ ਇਹ ਪੰਜੋਂ ਕਦੀ ਪੇਸ਼ ਹੀ ਨਹੀਂ ਹੋਏ ਕਮਿਸ਼ਨ ਦੇ ਵਿੱਚ। ਕੀ ਕਾਰਨ ਕੀ? ਸਰ ਮੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ। ਸਿਰਫ ਜਦੋਂ ਲੜਨਾ ਹੈ ਉਦੋਂ ਸਾਰਿਆਂ ਨੇ ਟੀਮ ਬਣਾ ਕੇ ਮੇਰੇ ਨਾਲ ਲੜਨ ਆ ਜਾਣਾ। ਈਵਨ ਮੇਰੇ ਚਾਚਾ ਸਹੁਰਾ ਤੱਕ ਲੜਨ ਆ ਜਾਂਦਾ ਸੀ, ਜਲੰਧਰ ਤੱਕ। ਚੈਰੀ ਇੱਥੋਂ ਸਪੈਸ਼ਲ ਜਾਂਦਾ ਸੀ ਲੜਨ ਲਈ। ਪਰ ਜਦੋਂ ਪੁਲਿਸ ਦਾ ਕੰਮ ਆਉਂਦਾ, ਕੋਰਟ ਕਚਹਿਰੀਆਂ ਦਾ, ਉੱਥੇ ਦੀਪਕ ਨੂੰ ਇਕੱਲੇ ਹੀ ਭੇਜ ਦਿੰਦੇ ਵੀ ਪੇਸ਼ ਹੋ ਜਾ। ਉੱਥੇ ਦੀਪਕ ਦੀ ਫੈਮਿਲੀ ਸਾਥ ਨਹੀਂ ਦਿੰਦੀ ਉਹਦਾ ਵੀ ਹੁਣ ਅਸੀਂ ਤੇਰੇ ਨਾਲ ਆ, ਅਸੀਂ ਪੇਸ਼ ਹੁੰਦੇ, ਸਾਡੇ ਨਾਂ ਆ ਵਿੱਚ। ਉੱਥੇ ਨਹੀਂ ਪੇਸ਼ ਹੁੰਦੇ। ਅੱਛਾ, ਜਦੋਂ ਦੀਪਕ ਪੇਸ਼ ਹੁੰਦੇ ਨੇ ਤੇ ਉਹ ਉਦੋਂ ਕੀ ਕਹਿੰਦੇ ਨੇ ਇੱਥੇ? ਆਪਣੇ ਵੱਲੋਂ ਕੀ ਪੱਖ ਰੱਖਦੇ ਨੇ? ਸਰ ਆਪਣੇ ਵੱਲੋਂ ਕੋਈ ਪੱਖ ਨਹੀਂ, ਉਹਨਾਂ ਨੂੰ ਐਜ਼ ਅ VIP ਟਰੀਟਮੈਂਟ ਦਿੱਤਾ ਜਾਂਦਾ ਕਿਉਂਕਿ ਉਹ ਆਫਿਸਰ ਹੈਗੇ, SDM ਸਾਹਿਬ ਹੈਗੇ ਆ, ਫੋਨ ਚੱਲ ਜਾਂਦੇ ਆ, ਹੋਰ ਵੀ ਕੁਝ ਟੋਕਨ ਵੀ ਜਾਂਦਾ ਹੋਏਗਾ। ਉਸ ਚੀਜ਼ ਦਾ ਹੁਣ ਆਪਾਂ ਕੀ ਕਹਿ ਸਕਦੇ ਹਾਂ, ਜਿਸ ਕਰਕੇ ਸਾਨੂੰ ਜਸਟਿਸ ਨਹੀਂ ਮਿਲ ਰਿਹਾ। ਬਹੁਤ ਹਾਇਰ ਅਥਾਰਟੀਜ਼ ਇਨਵੋਲਵਡ ਆ, ਜਿਸ ਕਾਰਨ ਸਰ ਸਾਨੂੰ ਹਜੇ ਤੱਕ ਜਸਟਿਸ ਨਹੀਂ ਮਿਲ ਰਿਹਾ। ਤੁਸੀਂ ਕਹਿ ਰਹੇ ਹੋ ਤੁਹਾਡੇ 3 ਬੱਚੇ ਨੇ, ਪਰ ਤੁਹਾਡੇ ਨਾਲ ਸਿਰਫ ਇੱਕ ਬੇਟੀ ਹੈ ਇਸ ਟਾਈਮ ਇੱਥੇ ਬੈਠੀ ਹੋਈ, ਤੇ ਬਾਕੀ ਜਿਹੜੇ 2 ਹੋਰ ਬੱਚੇ ਤੁਹਾਡੇ ਨੇ ਉਹ ਕਿੱਥੇ ਨੇ? ਸਰ ਦੋਨੋਂ ਮੇਲ ਚਾਈਲਡ ਉਹਨਾਂ ਨੇ ਮੇਰੇ ਕੋਲ ਖੋਲੇ ਹੋਏ ਆ, ਜਦ ਕਿ 18 ਸਾਲ ਤੱਕ ਮਾਂ ਕੋਲ ਹੋਣੇ ਚਾਹੀਦੇ ਆ। ਦੀਪਕ ਸਾਹਿਬ ਜੀ ਕਹਿੰਦੇ ਸੀ ਜੀ ਬੱਚੇ ਕੋਈ ਟੌਫੀ ਗੋਲੀਆਂ ਨਹੀਂ ਹੁੰਦੇ। ਤੇ ਦੀਪਕ ਨੂੰ ਮੈਂ ਸਿਰਫ ਇਹ ਹੁਣ ਮੈਸੇਜ ਦੇਣਾ ਚਾਹੁੰਦੀ ਹਾਂ ਇਸ ਆਪਣੇ ਵੀਡੀਓਜ਼ ਦੇ ਥਰੂ ਕਿ ਮੈਂ ਇੱਕ ਮਾਂ ਆ, ਮੈਂ ਕੋਈ ATM ਮਸ਼ੀਨ ਥੋੜ੍ਹੀ ਕਿ ਪਹਿਲਾਂ ਤੁਸੀਂ ਮੇਰੇ ਦਾਜ ਦਾ ਸਾਰਾ ਸਮਾਨ ਅੰਦਰ ਇਸ ਘਰ ਵਿੱਚ ਰੱਖ ਲਓ। ਸੈਕੰਡਲੀ ਮੈਂ 2 ਬੱਚਿਆਂ ਦੀ ਮਾਂ ਆ, ਮੇਰੇ ਅੰਦਰੋਂ ਨਿਕਲੇ ਆ ਬੱਚੇ। ਮੈਂ ਕੋਈ ਲੋਕਾਂ ਲਈ ਵੰਡਣ ਲਈ ਥੋੜ੍ਹੀ ਸਰ ਬੱਚੇ ਪੈਦਾ ਕੀਤੇ ਹੋਏ ਆ ਵੀ ਲੋਕੀ ਸੁੱਖ ਲੈਣ ਤੇ ਮੈਂ ਰੋਵਾਂ ਸਰ। ਫਿਰ ਮੇਰੇ ਕੋਲ ਇੱਕ ਫੀਮੇਲ ਚਾਈਲਡ ਆ, SDM ਦਾ ਨਾਰਾ ਹੈ ਜੀ ਬੇਟੀ ਬਚਾਓ ਤੇ ਬੇਟੀ ਪੜ੍ਹਾਓ। ਭਰੂਣ ਹੱਤਿਆ ਦਾ ਵੀ ਹੈ। ਤੇ ਅੱਜ SDM ਸਾਹਿਬ ਨੇ ਆਪਣੀ ਬੇਟੀ ਰੋਲੀ ਹੋਈ ਹੈ, ਕਹਿੰਦੇ ਜੀ ਬੱਚਾ ਦਿਲ ਦਾ ਟੁਕੜਾ ਹੁੰਦਾ ਹੈ। ਸੋਸ਼ਲ ਮੀਡੀਆ ਤੇ SDM ਸਾਹਿਬ ਦਾ ਮੈਸੇਜ ਹੈ, ਆਪਣਾ ਦਿਲ ਦਾ ਟੁਕੜਾ ਅੱਜ ਕਿੱਥੇ ਆ? ਰੋਲਿਆ ਹੋਇਆ ਹੈ। ਕੀ ਅਸੀਂ ਪ੍ਰਸ਼ਾਸਨ ਨੂੰ ਸ਼ੋਅ ਕਰ ਰਹੇ ਹਾਂ ਕਿ ਅਸੀਂ ਸਿਰਫ ਸੋਸ਼ਲ ਮੀਡੀਆ ਤੇ ਸ਼ੋਅ ਕਰਨਾ ਹੈ? ਆਪਣਾ ਬੱਚਾ ਰੋਲੇ, ਆਪਣੀ ਵਾਈਫ ਰੋਲੇ। ਮੈਂ ਵੀ ਸਰ ਕਿਸੇ ਦੀ ਧੀ ਹਾਂ, ਮੈਂ ਵੀ ਰੁੱਲ ਰਹੀ ਹਾਂ, ਮੈਂ ਵੀ ਕਿਸੇ ਦਾ ਦਿਲ ਦਾ ਟੁਕੜਾ, ਮੈਂ ਵੀ ਰੁੱਲ ਰਹੀ ਹਾਂ। ਪਰ SDM ਸਾਹਿਬ ਤੇ ਕੋਈ ਅਸਰ ਨਹੀਂ ਇਹਨਾਂ ਚੀਜ਼ਾਂ ਦਾ, ਨਾ ਉਹਨਾਂ ਦੀ ਫੈਮਿਲੀ ਤੇ ਕੋਈ ਅਸਰ ਆ। ਪਰ ਉਹਨਾਂ ਨੇ, ਤੁਸੀਂ ਦੱਸ ਰਹੇ ਹੋ ਜਿਵੇਂ ਕਿ 2 ਤੁਹਾਡੇ ਮੇਲ ਚਾਈਲਡ ਉਹਨਾਂ ਨੇ ਰੱਖੇ ਹੋਏ ਨੇ, ਛੋਟੀ ਉਮਰ ਦੇ ਨੇ, ਪਰ ਉਹ ਜੋ ਕਾਨੂੰਨੀ ਅਧਿਕਾਰ ਤੁਹਾਡਾ ਬਣਦਾ ਹੈ ਉਹਦੇ ਬਾਰੇ, ਉਹਦੇ ਤੁਸੀਂ ਕੋਈ ਗੱਲ ਕਹੀ ਹੈ? ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਕੋਈ? ਉਹਦੇ ਬਾਰੇ ਕੀ? ਸਾਰੇ ਕਿਤੇ ਪੇਸ਼ ਹੋ ਕੇ ਇਹੀ ਕਿਹਾ ਕਿ ਮੈਨੂੰ ਮੇਰੇ ਬੱਚੇ ਵਾਪਸ ਦਿਵਾਉਣ, ਜਦ ਕਿ ਪੁਲਿਸ ਵਾਲੇ ਦਿਲਵਾ ਸਕਦੇ ਆ, DC ਸਾਹਿਬ ਸਾਨੂੰ ਦਿਲਵਾ ਸਕਦੇ ਆ, ਮੁੱਖ ਮੰਤਰੀ ਸਾਹਿਬ ਸਾਨੂੰ ਦਿਲਵਾ ਸਕਦੇ ਸਾਡੇ ਬੱਚੇ ਵਾਪਸ। ਬਟ ਮੈਨੂੰ ਕਿਸੇ ਦੀ ਕੋਈ ਹੈਲਪ ਨਹੀਂ ਸਰ ਟਿਲ ਦਾ ਟਾਈਮ ਮਿਲ ਰਹੀ, ਬਿਕਾਜ਼ ਦੀਪਕ ਆਪਣੀ ਪਾਵਰ ਦਾ ਯੂਜ਼ ਕਰ ਰਿਹਾ ਹੈ। ਹਮੇਸ਼ਾ ਕਹਿ ਦਿੰਦਾ ਜੀ ਸਬਜੂਡਾਈਸ ਮੈਟਰ ਹੈ, ਕੋਰਟ ਮੈਟਰ ਹੈ, 2 ਗੱਲਾਂ ਤੋਂ ਇਲਾਵਾ ਕੁਛ ਆਪਣਾ ਸਟੇਟਮੈਂਟ ਨਹੀਂ ਦਿੰਦਾ। ਸਬਜੂਡਾਈਸ ਸਰ ਕੀ ਹੈ? ਮੇਰੇ ਬੱਚਿਆਂ ਦਾ ਚਾਈਲਡਹੁੱਡ ਸਰ ਖਤਮ ਹੋ ਰਿਹਾ ਹੈ। ਆਈ ਵਾਜ਼ ਡੂਇੰਗ ਪ੍ਰੋਟੈਸਟ ਜਸਟ ਫॉर ਮਾਈ ਚਾਈਲਡ ਕਿ ਇਹ ਇਕੱਠੇ ਰਹਿਣ। ਮੇਰਾ ਫੀਮੇਲ ਚਾਈਲਡ ਹੈ ਸਰ, ਇਹਨੂੰ ਵੀ ਆਪਣੇ ਭਰਾਵਾਂ ਦੀ ਜ਼ਰੂਰਤ ਹੈ। ਜੇ ਪਿਓ ਨਹੀਂ ਇਹਨੂੰ ਪਸੰਦ ਕਰ ਰਿਹਾ ਤੇ ਕਮ ਸੇ ਕਮ ਇਹਦੇ ਭਰਾ ਇਹਦਾ ਸਾਥ ਦੇਣ, ਇਹਦੇ ਪਿਓ ਬਣ ਕੇ ਰਹਿਣਗੇ ਇਹਦੇ ਨਾਲ। 3 ਸਾਲ ਤੋਂ ਸਰ ਮੇਰੇ ਬੱਚੇ ਨੇ ਰੱਖੜੀ ਨਹੀਂ ਬੰਨੀ, ਜਦ ਕਿ ਪਰਮਾਤਮਾ ਦੀ ਦਇਆ ਨਾਲ ਕੋਲ 2 ਵੀਰ ਹੈਗੇ ਆ, ਬਟ ਇਹਨੇ ਅੱਜ ਤੱਕ ਕੋਈ ਰੱਖੜੀ ਨਹੀਂ ਬੰਨੀ 3 ਸਾਲ ਤੋਂ, ਜੋ ਉਹਦਾ ਸਾਨੂੰ ਘਰੋਂ ਬੇਕਾਰ ਕੀਤਾ ਦਾ। ਉਹਨਾਂ ਨੇ ਮੇਲ ਚਾਈਲਡ ਆਪਣੇ ਕੋਲ ਰੱਖ ਲਏ, ਫੀਮੇਲ ਨੂੰ ਕੱਢ ਦਿੱਤਾ ਬਾਹਰ ਤੁਹਾਡੇ ਨਾਲ। ਤੁਸੀਂ ਕੀ ਸਮਝਦੇ ਹੋ ਕਿ ਉਹ 2 ਜਿਹੜੇ ਬੱਚੇ ਖੁਦ ਪਾਲ ਰਹੇ ਨੇ ਜਾਂ ਅੱਗੇ ਕਿਸੇ ਨੂੰ ਪਕੜਾ ਦਿੱਤੇ ਨੇ, ਜਿਸ ਤਰ੍ਹਾਂ ਤੁਸੀਂ ਪਹਿਲੇ ਗੱਲ ਕਰ ਰਹੇ ਸੀ? ਯੈਸ ਸਰ, ਡੈਫੀਨੇਟਲੀ ਕਿਸੇ ਨੂੰ ਦਿੱਤੇ ਹੋਣਗੇ, ਬਿਕਾਜ਼ ਉਹ ਹਮੇਸ਼ਾ ਡਿਊਟੀ 'ਤੇ ਰਹਿੰਦੇ ਆ। ਮੈਨੂੰ ਲੱਗਦਾ ਪਤਾ ਨਹੀਂ ਸਿਸਟਰ ਇਨ ਲਾਅ ਨੂੰ ਦਿੱਤੇ ਆ, ਕਦੀ ਪੜੋਸੀਆਂ। ਇੱਕ ਵਾਰੀ ਅਸੀਂ ਸਰ ਪਿੱਛੇ ਗਏ ਸੀ, ਪ੍ਰੋਫੈਸਰ ਵਿਕਰਮ ਦਾ ਵੀ ਬੜਾ ਮੇਜਰ ਰੋਲ ਹੈਗਾ ਆ, ਪਿੱਛੇ ਗਲੀ 'ਚ ਰਹਿੰਦੇ ਜੇ। ਕਦੀ ਉਹਨਾਂ ਦੇ ਘਰ ਮੈਨੂੰ ਆਪਣਾ ਵੱਡਾ ਬੇਟਾ ਮਿਲਿਆ, ਕਦੀ ਕਿਸੇ ਪੜੋਸੀਆਂ ਦੇ ਘਰ ਛੱਡ ਆਉਂਦੇ ਆ। ਰਾਤ ਤੱਕ ਮੇਰਾ ਬੱਚਾ ਕਿਤੇ ਨਾ ਕਿਤੇ ਰੁੱਲ ਰਿਹਾ, ਕਿਉਂਕਿ ਮਾਂ ਹੀ ਆ ਜਿਹੜੀ ਇੱਕ ਆਪਣੇ ਬੱਚੇ ਨੂੰ
ਗਰਮ ਗਰਮ ਤਵੇ ਤੋਂ ਲੱਥ ਦੀ ਰੋਟੀ ਖਵਾਏਗੀ। ਕੋਈ ਚਾਚੀ, ਕੋਈ ਤਾਈ ਤੇ ਕੋਈ ਭੂਆ ਨਹੀਂ ਇਹੋ ਜਿਹੀ ਰੋਟੀ ਖਵਾ ਸਕਦੀ ਜੋ ਮਾਂ ਖਵਾ ਦੇਗੀ। ਆਪਣੇ ਮੂੰਹ ਦੇ ਇੱਕ ਇੱਕ ਬਾਈਟ ਕੱਢ ਕੇ ਮੈਂ ਆਪਣੇ ਬੱਚੇ ਨੂੰ ਦਊਂਗੀ। ਇਹ ਸਾਰਾ ਤੁਹਾਨੂੰ ਅੱਜ ਤੱਕ ਇਨਸਾਫ ਨਾ ਮਿਲਣਾ, ਤੁਹਾਡੇ ਨਾਲ ਨਾਜਾਇਜ਼ ਹੋਣਾ, ਤੁਹਾਡੇ ਨਾਲ ਧੱਕੇਸ਼ਾਹੀ ਹੋਣੀ, ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਇਨਸਾਫ ਨਾ ਦੇ ਪਾਣਾ, ਤੁਹਾਡੀ ਸ਼ਿਕਾਇਤਾਂ ਦੇ ਉੱਤੇ ਨਹੀਂ ਅਸਰ ਕੋਈ ਕਾਰਵਾਈ ਨਹੀਂ ਹੋਣੀ, ਕਿਆ ਤੁਸੀਂ ਇਹ ਸਾਰਾ ਹੀ ਉਹਨਾਂ ਭਾਟੀਆ ਸਾਹਿਬ ਦਾ ਇਨਫਲੂਐਂਸ ਦੇਖਦੇ ਹੋ, ਉਹਨਾਂ ਦੀ ਪੋਸਟ ਦੇਖਦੇ ਹੋ? ਹਾਂਜੀ ਸਰ, ਸਾਰੀ ਉਹਨਾਂ ਦੀ ਇਨਫਲੂਐਂਸ ਹੀ ਹੈ ਜੋ ਸਾਨੂੰ ਜਸਟਿਸ ਨਹੀਂ ਮਿਲ ਰਿਹਾ। ਬਿਕੋਜ਼ ਅਸੀਂ ਇੱਕ ਸਿਵੀਲੀਅਨ ਬੰਦੇ ਹਾਂ, ਜਿਸ ਕਰਕੇ ਅਜੇ ਤੱਕ ਸਾਨੂੰ ਕੋਈ ਜਸਟਿਸ ਨਹੀਂ ਮਿਲਦਾ। ਮੇਰੀ ਜਗ੍ਹਾ ਕੋਈ ਹੋਰ ਹਾਇਰ ਅਥਾਰਟੀ ਤੇ ਹੁੰਦਾ ਤੇ ਸ਼ਾਇਦ ਇੱਦਾਂ ਰੁਲਦਾ ਨਾ। ਇਹ ਸਾਡੇ ਸ਼ਾਇਦ ਇੰਡੀਆ ਦੀ ਸਰ ਕਹਿ ਲਓ ਤੁਸੀਂ ਗਵਰਨਮੈਂਟ ਹੀ ਇੱਦਾਂ ਦੀ ਹੈ। ਮੈਂ ਕਿ ਬਹੁਤ ਸਾਰੀਆਂ ਵਿਮਨਸ ਹੋਰ ਵੀ ਹੋਣਗੀਆਂ, ਬਟ ਮੈਂ ਇਹੀ ਕਹੂੰਗੀ ਆਪਣੀ ਪਲੀਜ਼ ਆਵਾਜ਼ ਚੱਕੋ, ਸੋਸ਼ਲ ਮੀਡੀਆ ਉੱਤੇ ਚੱਕੋ, ਪ੍ਰਸ਼ਾਸਨ ਅੱਗੇ ਚੱਕੋ ਕਿ ਲਿਵਿੰਗ ਰਿਲੇਸ਼ਨਸ਼ਿਪ ਨੂੰ ਬੰਦ ਕਰਨ ਔਰ ਆਪਣੀ ਸਾਡੀ ਜਿਹੜੇ 3-3 ਬੱਚਿਆਂ ਦੀਆਂ ਮਾਵਾਂ ਬਣ ਜਾਂਦੀਆਂ ਸਾਡੀ ਜ਼ਿੰਦਗੀ ਨੂੰ ਬਚਾਉਣ। ਤੁਹਾਡਾ ਵੀ ਲਿਵਿੰਗ ਇਨ ਰਿਲੇਸ਼ਨ ਸੀਗਾ? ਪਤਾ ਨਹੀਂ ਸਰ ਮੈਨੂੰ ਮੇਰੇ ਹਸਬੈਂਡ ਕਿੱਥੇ, ਮੈਨੂੰ ਤਾਂ ਪਤਾ ਵੀ ਨਹੀਂ ਹੈ। ਮੈਂ ਇਸੇ ਲਈ ਇਹ ਸਟੇਟਮੈਂਟ ਦੇ ਰਹੀ ਹਾਂ ਕਿ ਮੈਨੂੰ ਤਾਂ ਪਤਾ ਹੀ ਨਹੀਂ ਮੇਰੇ ਬੱਚੇ ਕਿੱਥੇ ਆ। ਸਾਨੂੰ ਐਡਰੈਸ ਇੱਥੋਂ ਦਾ ਦਿੱਤਾ ਜਾਂਦਾ ਆ 114 ਵੀ ਪ੍ਰੇਮ ਨਗਰ ਦਾ, ਔਰ ਪਰ ਮੈਨੂੰ ਪਤਾ ਹੀ ਨਹੀਂ ਮੇਰੇ ਬੱਚੇ ਹੈਗੇ ਕਿੱਥੇ ਆ। ਇਸ ਕਰਕੇ ਮੈਨੂੰ ਸਹੀ ਐਡਰੈਸ ਦੇਣ, ਮੈਂ ਵੀ ਜਾਵਾਂ ਆਪਣੇ ਬੱਚਿਆਂ ਨੂੰ ਵੇਖਾਂ। ਮੈਨੂੰ ਰਾਈਟ ਹੈ, ਮੈਂ ਬਾਇਓਲੋਜੀਕਲ ਮਦਰ ਹਾਂ ਉਹਨਾਂ ਦੀ। ਪਤਾ ਨਹੀਂ ਦੀਪਕ ਕਿਉਂ ਟੌਫੀ ਗੋਲੀਆਂ ਕਹਿੰਦਾ ਮੇਰੇ ਬੱਚਿਆਂ ਨੂੰ। ਆਈ ਡੋਂਟ ਨੋ ਕਿ ਕਿੱਦਾਂ ਦੇ ਵਰਡਸ ਯੂਜ਼ ਕਰ ਰਿਹਾ ਮੇਰੇ ਬੱਚਿਆਂ ਲਈ। ਉਂਝ ਮਾਪੇ ਕਹਿੰਦਾ ਤੇ ਮੈਂ ਵੀ ਮਾਂ ਆ, ਫਿਰ ਪਿਓ ਆਉਂਦਾ ਸਰ। ਪਹਿਲਾਂ ਮਾਂ ਆਉਂਦੀ ਫਿਰ ਪਿਓ ਆਉਂਦਾ, ਪਰ ਮੇਰੇ ਬਾਰੇ ਕਦੀ ਨਹੀਂ ਸੋਚਦਾ ਦੀਪਕ ਕਿ ਬੱਚੇ ਮੇਰੇ ਤੋਂ ਲਿਆ ਕਿ ਉੱਤੋਂ ਥੋੜੀ ਡਿੱਗ ਗਿਆ। ਜੇ ਦੀਪਕ ਇੱਕ ਮਾਂ ਦੇ ਢਿੱਡ ਚੋਂ ਨਿਕਲਿਆ ਤੇ ਮੇਰੇ ਬੱਚੇ ਵੀ ਤੇ ਮੇਰੇ ਢਿੱਡ ਚੋਂ ਨਿਕਲੇ। ਕਿਉਂ ਨਹੀਂ ਸੋਚਦਾ ਮੇਰੇ ਬਾਰੇ? ਅੱਜ ਤੁਹਾਨੂੰ 5 ਦਿਨ ਹੋ ਗਏ ਨੇ ਉਹਨਾਂ ਦੇ ਘਰ ਦੇ ਬਾਹਰ ਬੈਠਿਆਂ ਨੂੰ, ਤੁਸੀਂ ਕੀ ਸੋਚਿਆ ਕਿ ਵੀ 5 ਦਿਨ ਤੱਕ ਤਾਂ ਕੋਈ ਗੱਲ ਹੀ ਨਹੀਂ ਹੋਈ, ਹੁਣ ਉਸ ਤੋਂ ਅੱਗੇ? ਸਰ ਅੱਗੇ ਵੀ ਅਸੀਂ ਇੱਥੇ ਬੈਠੇ ਰਹਾਂਗੇ, ਮਰ ਜਾਵਾਂਗੇ, ਇਸ ਤੋਂ ਬਾਅਦ ਕੁਝ ਨਹੀਂ ਹੋ ਚੱਲਿਆ, ਪਰ ਅਸੀਂ ਇੱਥੇ ਬੈਠੇ ਰਹਿਣਾ ਹੈ ਕਿਉਂਕਿ ਮੈਂ ਆਪਣੇ ਬੱਚਿਆਂ ਬਿਨਾਂ ਨਹੀਂ ਰਹਿ ਸਕਦੀ। ਮੈਂ ਆਪਣੀ ਧੀ ਦਾ ਵੀ ਸੋਚਣਾ ਹੈ, ਗਰੋਇੰਗ ਚਾਈਲਡ ਹੈ ਸਰ, ਉਹਨੂੰ ਮੇਲ ਪ੍ਰੋਟੈਕਸ਼ਨ ਦੀ ਜ਼ਰੂਰਤ ਆ। ਪਿਓ ਦਾ ਉਹਨੂੰ ਪੁੱਛਦਾ ਨਹੀਂ। ਅੱਜ 5 ਦਿਨ ਹੋ ਗਏ, ਉਹਨੇ ਇੱਕ ਫੋਨ ਕਰਕੇ ਨਹੀਂ ਪੁੱਛਿਆ ਵੀ ਪੁੱਤ ਤੂੰ ਪਾਣੀ ਦਾ ਗਲਾਸ ਪੀਤਾ, ਰੋਟੀ ਖਾਧੀ। ਇਹ ਕਿੱਦਾਂ ਦਾ ਪਿਓ ਆ? ਕੋਈ ਇੰਡੀਆ ਪਾਕਿਸਤਾਨ ਦਾ ਸਰ ਅਸੀਂ ਬਾਰਡਰ ਥੋੜੀ ਲੰਘਣਾ। ਕਿਸੇ ਨੇ ਨਹੀਂ ਪੁੱਛਿਆ ਵੀ ਤੂੰ ਕਿੱਦਾਂ ਦੀ ਹੈ। ਕਿਹਦੇ ਨਾਲ ਵੈਰ ਆ ਸਰ? ਕਿਹਦੇ ਨਾਲ? ਮੇਰੇ ਨਾਲ ਜਿਹੜੇ ਤੋਂ ਬੱਚੇ ਲਏ। ਮੈਨੂੰ ਨਹੀਂ ਸਮਝ ਆ ਰਹੀ ਸਰ ਕੀ ਚੱਲ ਰਿਹਾ। ਮੈਂ ਤਾਂ ਥੱਕ ਗਈ ਹਾਂ, ਹਾਰ ਕੇ ਅਸੀਂ ਇੱਥੇ ਆ ਕੇ ਹੁਣ ਬੈਠ ਗਏ ਸਰ। ਸੋ ਤੁਸੀਂ ਦੇਖਿਆ ਕਿ ਉਰਵਸ਼ੀ ਭਾਟੀਆ ਜਿਹੜੇ ਕਿ ਐਸਡੀਐਮ ਅਜਲਾਲਾ ਦੇ ਧਰਮ ਪਤਨੀ ਨੇ, ਜਿਨ੍ਹਾਂ ਵੱਲੋਂ ਉਹਨਾਂ ਦੇ 3 ਬੱਚੇ ਨੇ, ਇੱਕ ਬੇਟੀ ਹੈ ਔਰ 2 ਬੇਟੇ ਨੇ। ਜਿਹੜੇ ਬੇਟੇ ਨੇ ਉਹ ਭਾਟੀਆ ਸਾਹਿਬ ਨੇ ਖੁਦ ਰੱਖ ਲਏ ਨੇ ਔਰ ਬੇਟੀ ਦੇ ਨਾਲ ਉਰਵਸ਼ੀ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਔਰ ਪਿਛਲੇ 4 ਸਾਲ ਤੋਂ ਉਹ ਇਨਸਾਫ ਲਈ ਜਗ੍ਹਾ ਜਗ੍ਹਾ ਧੱਕੇ ਖਾ ਰਹੀ ਹੈ। ਹੁਣ 5 ਦਿਨ ਤੋਂ ਐਸਡੀਐਮ ਅਜਨਾਲਾ ਦੇ ਘਰ ਦੇ ਬਾਹਰ ਬੈਠੇ ਹੋਏ ਆ। ਅੰਮ੍ਰਿਤਸਰ ਦੇ ਪ੍ਰੇਮ ਨਗਰ ਇਲਾਕੇ ਦੇ ਵਿੱਚ ਉਹ ਘਰ ਦੇ ਬਾਹਰ ਬੈਠੇ ਹੋਏ ਨੇ, ਡੇਰਾ ਲਗਾਇਆ ਹੋਇਆ ਕਿ ਕਿਤੇ ਉਹਨਾਂ ਦੀ ਸੁਣਵਾਈ ਕਰਨ, ਉਹਨਾਂ ਨੂੰ ਧਿਆਨ ਆਵੇ, ਆਪਣੇ ਬੱਚਿਆਂ ਨੂੰ, ਆਪਣੀ ਪੋਤਰੀ ਨੂੰ ਘਰ ਲੈ ਕੇ ਜਾਣ। ਪਰ ਉਹਨਾਂ ਨੂੰ ਇਨਸਾਫ ਹੁਣ ਨਹੀਂ ਮਿਲ ਰਿਹਾ, ਨਾ ਹੀ ਪੁਲਿਸ ਕੋਲੋਂ ਨਾ ਹੀ ਪ੍ਰਸ਼ਾਸਨ ਕੋਲੋਂ। ਕਿਉਂ? ਕਾਰਨ ਇਹੀ ਹੈ ਕਿ ਉਹ ਬਹੁਤ ਵੱਡੀ ਪੋਸਟ 'ਤੇ ਨੇ, ਜਿਸ ਕਰਕੇ ਉਹਨਾਂ ਦਾ ਇਨਫਲੂਐਂਸ ਜ਼ਿਆਦਾ ਹੈ। ਉਹ ਕਹਿ ਕੇ ਆ ਕੇ ਕਿਸੇ ਤਰੀਕੇ ਉਸ ਕੰਮ ਨੂੰ ਦਬਾ ਦਿੰਦੇ ਨੇ ਔਰ ਜਿਹੜੇ ਇਹਨਾਂ ਨੂੰ ਉਰਵਸ਼ੀ ਨੂੰ ਇਨਸਾਫ ਨਹੀਂ ਮਿਲ ਰਿਹਾ। ਹੁਣ ਸਿਰਫ ਇੱਕ ਇਨਸਾਫ ਹੈ, ਆਮ ਜਨਤਾ ਅੱਗੇ ਆਏਗੀ, ਇਹਨਾਂ ਨੂੰ ਇਨਸਾਫ ਦਿਲਵਾਏਗੀ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।